टाइम शो का पहला भाग लैके मेरे नाल जुड़ गए ने प्रोफैसर जगीर सिंह कालों ते असी दोनों जाने मिल के कुछ खबरां इत्थों दियां, कुछ इंटरनैशनल खबरां ते कुछ भारत दीयां खबरां ते पावांगे झात। सब तो पहलों प्रोफैसर साहब का स्वागत करते हैं जी। प्रोफैसर साहब जी आयां नूं जी, सत श्री अकाल। बहुत मेहरबानी गिल साहब। प्रोफैसर साहब अज खेडां दे जगत की एक महान हस्ती सरदार मिल्खा सिंह साडे विचकार नहीं रहे। एक 4-5 दिन पहला ही उन्होंने वाइफ जी खुद भी वड्डे प्लेयर सी, नैशनल लैवल के प्लेयर सीगे, निम्मी करके जाना जाता सी, निर्मल कौर उन्हों का पूरा नाम। तो मिल्खा सिंह भी 91 साल की उम्र के विच कोविड का मुकाबला करते हुए इस जहान तो तुर गए आ। उन्होंने कोविड की नैगेटिव रिपोर्ट आ गई सी परसों, तो जनरल हॉस्पिटल यानी कि PGI पे शिफ्ट कर दिता सीगा। ते बड़ी उम्मीद सी कि वो जिथे इन्नियां संघर्ष पई जिंदगी उन्हें जी आ, इस बीमारी नाल भी वो मुकाबला करने च कामयाब हो जाएंगे, पर उस तरह हो नहीं सकिया। बड़ी दुखदाई खबर आ गिल साहब। ये खिडारियों का परिवार जानिया जाता। मिल्खा सिंह भारत दे, एशिया दे, वर्ल्ड दे ऐसे एथलीट ने कि घट्टो घट्ट भारत दे विच जो मुकाम उन्होंने हासिल होया वो शायद ही किसी होर एथलीट नूं प्राप्त होया होवे। ते गां उम्मीदां जिहड़ियां वो बहुत घट ने। उन्हां दी जिहड़ी सब तो वड्डी प्राप्ति आ ਉਹਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਮਿਲਖਾ ਸਿੰਘ ਦੀ ਵਿਲੱਖਣਤਾ ਇਸ ਗੱਲ ਵਿੱਚ ਵੀ ਆ ਭਈ ਉਹ ਇੱਕ ਸਧਾਰਨ ਪਰਿਵਾਰ ਦਾ ਹੀ ਨਹੀਂ ਬਲਕਿ ਇੱਕ ਗਰੀਬ ਪਰਿਵਾਰ ਦਾ ਬੱਚਾ ਸੀ ਔਰ ਵੰਡ ਵੇਲੇ ਉਹ ਯਤੀਮ ਹੋ ਗਿਆ ਜਦੋਂ 1947 ਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਆ। ਤੇ ਉਹ ਭਾਰਤ ਵਿੱਚ ਪੁੱਜਾ ਤਾਂ ਇੱਕ ਯਤੀਮ ਬੱਚੇ ਦੇ ਤੌਰ ਦੇ ਉੱਤੇ, ਔਰ ਮੁੜ ਕੇ ਇੱਕ ਛੋਟੀ ਜੀ ਨੌਕਰੀ ਜਿਹੜੀ ਆ ਉਹਨੇ ਫੌਜ ਦੀ ਕੀਤੀ ਤੇ ਉਹਦੇ ਵਿੱਚ ਵੀ ਬਹੁਤ ਹੇਠਲੇ ਪੱਧਰ ਦੀ ਉਹਦੀ ਜੌਬ ਸੀਗੀ। ਤੇ ਉਹ ਬਿਨਾਂ ਕਿਸੇ ਖੁਰਾਕ ਤੋਂ, ਬਿਨਾਂ ਕਿਸੇ ਵਿਸ਼ੇਸ਼ ਡਾਈਟ ਤੋਂ ਅਭਿਆਸ ਕਰਦਾ ਰਿਹਾ ਤੇ ਹੌਲੀ 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 ਇੰਟਰਨੈਸ਼ਨਲ ਪੱਧਰ ਤੇ ਪਹੁੰਚਿਆ, ਫਿਰ ਇੰਟਰਨੈਸ਼ਨਲ ਪੱਧਰ ਤੇ ਪਹੁੰਚਿਆ। ਤੇ ਉਹਦੀ ਗਿੱਲ ਸਾਹਿਬ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਅਸੀਂ ਗਿਣਦੇ ਹਾਂ ਉਹ ਇਹ ਆ ਭਈ 1960 ਦੀਆਂ ਰੋਮ ਓਲੰਪਿਕਸ ਖੇਡਾਂ ਦੇ ਵਿੱਚ ਉਹ 400 ਮੀਟਰ ਦੀ ਦੌੜ ਦੌੜਿਆ ਤੇ ਭਾਵੇਂ ਉਹਦਾ ਸਥਾਨ ਚੌਥਾ ਰਿਹਾ, ਪਰੰਤੂ ਉਹਦੇ ਹਿੱਸੇ ਇਹ ਵੱਡੀ ਪ੍ਰਾਪਤੀ ਆਈ ਭਈ ਉਹਨੇ ਜਿਹੜਾ ਪਿਛਲਾ ਰਿਕਾਰਡ ਸੀਗਾ ਓਲੰਪਿਕਸ ਦਾ ਉਹ ਤੋੜ ਦਿੱਤਾ। ਔਰ ਉਸ ਵੇਲੇ ਉਹਦੀ ਸਮਝ ਲਓ ਬਈ ਕਿਸਮਤ ਕਹਿ ਲਓ ਜਾਂ ਕੁਛ ਵੀ, ਕਿ ਜਿਹੜੇ ਪਹਿਲੇ 4 ਸੀਗੇ ਉਹਨਾਂ ਚੌਵਾਂ ਨੇ ਹੀ ਰਿਕਾਰਡ ਤੋੜਿਆ ਸੀਗਾ। ਔਰ ਰਿਕਾਰਡ ਤੋੜਨ ਵਾਲਾ ਜਿਹੜਾ ਖਿਡਾਰੀ ਆ ਭਾਰਤ ਦਾ ਉਹ ਸ਼ਾਇਦ ਹੀ ਇਕਲੌਤਾ ਖਿਡਾਰੀ ਹੋਵੇ। ਔਰ ਅਜੇ ਤੱਕ ਵੀ ਐਡੇ ਵੱਡੇ ਭਾਰਤ ਦੇਸ਼ ਵਿੱਚੋਂ ਦੇਖ ਲਓ ਬਈ 60 ਸਾਲ 61 ਸਾਲ ਹੋ ਗਏ ਆ, ਕੋਈ ਖਿਡਾਰੀ ਇਸ ਪੱਧਰ ਦਾ ਨਹੀਂ ਹੋਇਆ। ਔਰ ਜਿਹੜੀ ਉਹਨਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਉਹ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਸੀ ਔਰ ਉਹਨੇ ਭਾਰਤ ਦੀ ਜਿਹੜੀ ਔਰਤਾਂ ਦੀ ਵਾਲੀਬਾਲ ਦੀ ਟੀਮ ਆ ਉਹਦੀ ਕਪਤਾਨੀ ਕੀਤੀ। ਔਰ ਉਹਦਾ ਜਿਹੜਾ ਬੇਟਾ ਆ ਜੀਵ ਮਿਲਖਾ ਸਿੰਘ ਉਹ ਗੋਲਫ ਦਾ ਤਗੜਾ ਖਿਡਾਰੀ ਆ। ਤੇ ਇਹ ਇੱਕ ਬੜੀ ਦੁਖਦਾਈ ਖਬਰ ਆ ਔਰ ਬੜਾ ਅਫਸੋਸ ਹੁੰਦਾ ਭਈ ਇੱਕ ਉਹ ਵਿਅਕਤੀ ਜਿਹੜਾ ਸਾਰੀ ਉਮਰ ਸਾਰੀਆਂ ਜਿਹੜੀਆਂ ਔਕੜਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਪਾਰ ਕਰਦਾ ਹੋਇਆ ਜਿੱਤ ਦਰ ਜਿੱਤ ਦਰਜ ਕਰਦਾ ਗਿਆ। ਔਰ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ 200 ਮੀਟਰ ਦੀ ਦੌੜ ਦੇ ਵਿੱਚ ਉਹ ਜਦੋਂ ਦੌੜਿਆ
ਤਾਂ ਪਾਕਿਸਤਾਨ ਦਾ ਇੱਕ ਖਿਡਾਰੀ ਜਿਹੜਾ ਆ ਉਹ ਬੜਾ ਮਜ਼ਬੂਤ ਸੀ 200 ਮੀਟਰ ਦੀ ਦੌੜ ਦੇ ਵਿੱਚ, ਤੇ ਪਰੰਤੂ ਜਦੋਂ ਉਹ ਇਹ ਦੌੜ ਜਿੱਤ ਗਿਆ ਮਿਲਖਾ ਸਿੰਘ, ਤੇ ਉਸ ਵੇਲੇ ਦੇ ਜਿਹੜੇ ਰਾਸ਼ਟਰਪਤੀ ਸੀਗੇ ਪਾਕਿਸਤਾਨ ਦੇ, ਉਹਨਾਂ ਨੇ ਕਿਹਾ ਵੀ ਇਹ ਦੌੜਿਆ ਨਹੀਂਗਾ, ਇਹ ਤਾਂ ਉੱਡਿਆ ਆ। ਤੇ ਉਥੋਂ ਹੀ ਮਿਲਖਾ ਸਿੰਘ ਨੂੰ ਉੱਡਣੇ ਸਿੱਖ ਦਾ ਖਿਤਾਬ ਜਿਹੜਾ ਉਹ ਮਿਲ ਗਿਆ, ਤੇ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਵੀ ਰਿਹਾ, ਔਰ ਉਹਨੇ ਬੜੀ ਜਿਹੜੀ ਆ ਖੇਡਾਂ ਦੇ ਵਿੱਚ ਜਿਹੜਾ ਨਾਮਣਾ ਖੱਟਿਆ ਸੀਗਾ। 4 ਸਾਲ ਪਹਿਲਾਂ ਉਹ ਇੱਥੇ ਆਏ ਤੇ ਆਪਣੇ ਪ੍ਰਵਾਸੀ ਵਾਲਿਆਂ ਨੇ ਉਹਨਾਂ ਦਾ ਆਨਰ ਕੀਤਾ। ਸਾਨੂੰ ਬੜੀ ਖੁਸ਼ੀ ਹੋਈ ਕਿ ਮਿਲਖਾ ਸਿੰਘ ਹੋਰੀ ਇਹ ਕਹਿ ਰਹੇ ਸੀਗੇ ਕਿ ਦੇਖੋ ਗੱਲ ਇੱਦਾਂ ਆ ਬਈ ਸਾਨੂੰ ਲੱਖ ਅੰਗਰੇਜ਼ੀ ਆਉਂਦੀ ਹੋਵੇ, ਲੱਖ ਹਿੰਦੀ ਆਉਂਦੀ ਹੋਵੇ, ਤੇ ਅਸੀਂ ਸਭ ਤੋਂ ਵਧੀਆ ਆਪਣੇ ਵਿਚਾਰ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਦੇ ਸਕਦੇ ਆ, ਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣੀ ਗੱਲ ਆਪਣੀ ਮਾਂ ਬੋਲੀ 'ਚ ਪੰਜਾਬੀ 'ਚ ਕਰੀਏ। ਉਸ ਵੇਲੇ ਦਰਸ਼ਕਾਂ ਦੇ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਜਿਹੜੇ ਸਾਡੇ ਖੇਡ ਲਿਖਾਰੀ ਆ, ਪ੍ਰੋਫੈਸਰ ਵਰਿਆਮ ਸਿੰਘ ਸੰਧੂ ਜਿਹੜੇ ਬੜੇ ਵੱਡੇ ਲੇਖਕ ਨੇ, ਤੇ ਅਸੀਂ ਇਸ ਗੱਲ ਦੀ ਬੜੀ ਪ੍ਰਸ਼ੰਸਾ ਕੀਤੀ ਸੀਗੀ। ਮਤਲਬ ਕਿ ਉਹਦੇ ਵਿੱਚ ਬੜੇ ਇੱਕ ਚੰਗੇ ਇਨਸਾਨ ਵਾਲੇ ਗੁਣ ਸੀਗੇ, ਔਰ ਇਸੇ ਕਰਕੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਫਿਲਮ ਵੀ ਬਣੀ ਭਾਗ ਮਿਲਖਾ ਭਾਗ, ਜਿਹੜੀ ਬੜੀ ਪਸੰਦ ਕੀਤੀ ਗਈ। ਸੋ ਇਹ ਅੱਜ ਜਿਹੜਾ ਦਿਨ ਆ ਗਿੱਲ ਸਾਹਿਬ ਬੜਾ ਅਫਸੋਸ ਵਾਲਾ ਆ, ਔਰ ਅਸੀਂ ਉਹਨਾਂ ਦਾ ਜਿਹੜਾ ਪਰਿਵਾਰ ਦਾ ਦੁੱਖ ਆ ਜਿਹਦੇ ਵਿੱਚ ਉਹ ਦੋਨੇ ਇਕੱਠੇ ਚਲੇ ਗਏ ਆ, ਔਰ ਜੀ ਮਿਲਖਾ ਸਿੰਘ ਜਿਹੜਾ ਉਹਨਾਂ ਦਾ ਬੇਟਾ ਆ ਉਹਦੇ ਪਰਿਵਾਰ ਨਾਲ, ਤੇ ਦੁਨੀਆ ਭਰ ਦੇ ਖਾਸ ਕਰਕੇ ਭਾਰਤ ਦੇ ਖੇਡ ਪਰਿਵਾਰ ਨਾਲ ਅਸੀਂ ਸ਼ਮੂਲੀਅਤ ਕਰਦੇ ਹਾਂ, ਔਰ ਪੰਜਾਬੀ ਦੁਨੀਆ ਵੱਲੋਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਹੋਏ ਮਹਿਸੂਸ ਕਰਦੇ ਹਾਂ ਕਿ ਇਸ ਕਿਸਮ ਦੇ ਵਿਅਕਤੀ, ਇਸ ਕਿਸਮ ਦੇ ਖਿਡਾਰੀ ਕਦੇ-ਕਦੇ ਦੁਨੀਆ ਦੇ ਵਿੱਚ ਪੈਦਾ ਹੁੰਦੇ ਆ, ਔਰ ਬਹੁਤ ਹਨੇਰਾ ਜਿਹੜਾ ਜ਼ਿੰਦਗੀ ਦਾ ਉਹਦੇ ਵਿੱਚ ਚਾਨਣ ਦੀ ਲੀਕ ਛੱਡ ਜਾਂਦੇ ਆ। ਸੋ ਮਿਲਖਾ ਸਿੰਘ ਤੇ ਨਿਰਮਲ ਮਿਲਖਾ ਸਿੰਘ ਲੋਕਾਂ ਦੇ ਮਨਾਂ ਦੇ ਵਿੱਚ ਸਦਾ ਰਹਿਣਗੇ, ਔਰ ਸਦਾ ਸਾਡੇ ਜਿਹੜੇ ਆਉਣ ਵਾਲੇ ਖਿਡਾਰੀ ਆ, ਖਾਸ ਕਰਕੇ ਐਥਲੈਟਿਕਸ ਦੇ ਖਿਡਾਰੀ, ਉਹਨਾਂ ਦੇ ਪ੍ਰੇਰਨਾ ਸਰੋਤ ਰਹਿਣਗੇ। ਤੇ ਇਹ ਅਸੀਂ ਇਹਨਾਂ ਲਫ਼ਜ਼ਾਂ ਨਾਲ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਾਂ। ਬਿਲਕੁਲ ਆਪਣੇ ਪ੍ਰੋਫੈਸਰ ਸਾਹਿਬ, ਬਹੁਤ ਸਾਰੀਆਂ ਗੱਲਾਂ ਮਿਲਖਾ ਸਿੰਘ ਦੇ ਜੀਵਨ ਵਿੱਚ ਜਿਹੜੀਆਂ ਵਾਪਰੀਆਂ ਨੇ ਉਹ ਵੀ ਧਿਆਨ ਨੂੰ ਖਿੱਚਦੀਆਂ ਨੇ। ਭਾਵੇਂ ਫਿਲਮ ਉਹਨਾਂ ਦੇ ਉੱਤੇ ਬਣੀ ਸੀ ਭਾਗ ਮਿਲਖਾ ਭਾਗ, ਉਹਦੇ ਵਿੱਚ ਕੁਝ ਚੀਜ਼ਾਂ ਨਾਲ ਉਹ ਵੀ ਸਹਿਮਤ ਨਹੀਂ ਸਨ ਕਿ ਕੁਝ ਚੀਜ਼ਾਂ ਸਿਨੇਮਾ ਦੀ ਮਜਬੂਰੀ ਹੋਇਆ ਕਰਦੀਆਂ ਨੇ ਕਿ ਉਹਨਾਂ ਨੂੰ ਜਦੋਂ ਪਰਦੇ ਤੇ ਲੈ ਕੇ ਜਾਣਾ ਆ ਤੇ ਕਮਰਸ਼ੀਅਲ ਐਂਗਲ ਹੁੰਦੇ ਨੇ, ਜਿਹਦੇ ਕਰਕੇ ਕੁਝ ਇੱਕ ਚੀਜ਼ਾਂ ਉਹ 'ਚ ਪਾ ਦਿੱਤੀਆਂ ਗਈਆਂ ਸੀਗੀਆਂ। ਪਰ ਤੁਹਾਨੂੰ ਯਾਦ ਹੋਣਾ ਕਿ ਅਵਤਾਰ ਪਾਸ਼ਰਾ ਨੇ ਉਹਨਾਂ ਦੀ ਬਾਇਓਗ੍ਰਾਫੀ ਲਿਖੀ ਸੀਗੀ, ਮੈਂ ਬਹੁਤ ਪਹਿਲਾਂ ਪੜ੍ਹੀ ਸੀਗੀ, ਔਰ ਮੇਰੇ ਖਿਆਲ 'ਚ ਪਾਸ਼ਰਾ ਦੀ ਇੱਕੋ ਹੀ ਵਾਰਤਕ ਦੀ ਕਿਤਾਬ ਹੋਣੀ ਆ। ਵੈਸੇ ਉਹ ਜੁਝਾਰੂ ਕਵੀ ਸੀਗੇ, ਤੇ ਪਾਸ਼ਰਾ ਨੇ ਇਹਨਾਂ ਦੀ ਜੀਵਨੀ ਜਿਹੜੀ ਲਿਖੀ ਆ ਉੱਡਣਾ ਸਿੱਖ ਮਿਲਖਾ ਸਿੰਘ, ਉਹ ਵੀ ਬਾ ਕਮਾਲ ਇੱਕ ਕਿਤਾਬ ਹੈ। ਹਰ ਸਪੋਰਟਸ ਪ੍ਰੇਮੀ ਨੂੰ ਪੜ੍ਹਨੀ ਚਾਹੀਦੀ। ਸਪੋਰਟਸ ਦਾ ਨਾਮ ਹੀ ਪ੍ਰੇਮੀ ਹੋਵੇ, ਜਿਹੜਾ ਵੀ ਵਿਅਕਤੀ ਮਿਲਖਾ ਸਿੰਘ ਬਾਰੇ ਜਾਣਨਾ ਚਾਹੁੰਦਾ ਆ, ਉਹਨਾਂ ਦੀ ਜ਼ਿੰਦਗੀ ਦੇ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਬਾਰੇ ਜਾਣਨਾ। ਅੱਜ ਮੈਂ BBC ਦੀ ਰਿਪੋਰਟ ਦੇਖ ਰਿਹਾ ਸੀਗਾ, ਜਿਵੇਂ ਤੁਸੀਂ ਸ਼ੁਰੂ 'ਚ ਜ਼ਿਕਰ ਕੀਤਾ ਹੈ ਕਿ ਉਹ ਇੰਨੇ ਇੱਕ ਗਰੀਬ ਪਰਿਵਾਰ 'ਚੋਂ ਆਏ ਸੀਗੇ ਕਿ ਰਿਫਿਊਜੀ ਬਣ ਕੇ ਜਦੋਂ ਉਹ ਦਿੱਲੀ ਪਹੁੰਚੇ ਤੇ ਉਹਨਾਂ ਨੂੰ ਚੋਰੀ ਬਿਨਾਂ ਟਿਕਟ ਸਫ਼ਰ ਕਰਨ ਦੇ ਇਲਜ਼ਾਮ 'ਚ ਜੇਲ੍ਹ ਵੀ ਕੱਟਣੀ ਪਈ, ਔਰ ਇੱਕ ਦੁੱਧ ਦੇ ਗਲਾਸ ਦੀ ਖਾਤਰ ਉਹ ਦੌੜ 'ਚ ਸ਼ਾਮਲ ਹੋਏ ਸੀ ਪਹਿਲੀ ਵਾਰ ਵੀ ਮੈਂ ਦੌੜੂੰਗਾ ਤੇ ਮੈਨੂੰ ਦੁੱਧ ਦਾ ਗਲਾਸ ਮਿਲ ਜਾਏਗਾ। ਯਾਨੀ ਕਿ ਇੰਨੀਆਂ ਤੰਗੀਆਂ ਤੁਰਸ਼ੀਆਂ, ਗਰੀਬੀ, ਕਮਜ਼ੋਰੀਆਂ, ਉਹਦੇ ਬਾਵਜੂਦ ਵੀ ਜਿਸ ਤਰ੍ਹਾਂ ਮੈਂ ਫਿਲਮ ਦੇ ਵੀ ਕੁਝ ਅੰਸ਼ ਜਿਹੜੇ ਆ ਉਹ ਬਾਰ-ਬਾਰ ਚੇਤੇ ਆਉਂਦੇ ਆ ਕਿ ਉਹਨਾਂ ਕਿਸੇ ਹੋਰ ਜਿਹਦਾ ਇੰਡੀਆ ਖੇਡਿਆ ਕੋਈ ਸੀਗਾ ਉਹਦਾ ਕੋਟ ਪਾ ਲਿਆ ਸੀਗਾ, ਤੇ ਉਹ 'ਚ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਝਿੜਕਾਂ ਪਈਆਂ ਸੀ ਕਿ ਇਹ ਕੋਟ ਐਵੇਂ ਨਹੀਂ ਮਿਲ ਜਾਂਦਾ, ਪਰ ਉਹਨਾਂ ਨਾਲ ਜਿਹੜਾ ਦ੍ਰਿੜ ਨਿਸ਼ਚਾ ਸੀਗਾ ਕਿ ਮੈਂ ਵੀ ਉੱਥੇ ਪਹੁੰਚ ਸਕਦਾ ਹੈ। ਔਰ ਨੰਗੇ ਪੈਰੀ ਦੌੜਨ ਵਾਲੀ ਜਿਹੜੀ ਉਹਨਾਂ ਦੀ ਗੱਲ ਹੈ ਉਹ ਵੀ ਬੜੀ ਅਜੀਬ ਗੱਲ ਹੈ ਕਿ ਕਿੱਥੇ
ਜਿਹੜੇ ਐਥਲੀਟ ਆ ਉਹ ਕਿੱਲਾਂ ਵਾਲੇ ਬੂਟ ਪਾ ਕੇ ਦੌੜਦੇ ਸੀਗੇ ਤੇ ਉਹ ਨੰਗੇ ਪੈਰੀ ਵੀ ਦੌੜਦੇ ਰਹੇ। ਤੇ ਇੱਥੋਂ ਤੱਕ ਕਿ ਬਾਅਦ ਚ ਜਦੋਂ ਉਹ 올림픽 ਤੋਂ ਬਾਅਦ ਭਾਵੇਂ ਉਹ ਮੈਡਲ ਨਹੀਂ ਲੈ ਸਕੇ, ਉਹਨਾਂ ਆਪਣੇ ਕਿੱਲਾਂ ਵਾਲੇ ਬੂਟ ਕਿੱਲੀ ਤੇ ਟੰਗ ਛੱਡੇ ਸੀਗੇ ਕਿ ਜਿਹੜਾ ਵੀ ਭਾਰਤੀ ਮੇਰਾ ਰਿਕਾਰਡ ਤੋੜੂਗਾ ਉਹਨੂੰ ਮੈਂ 1 ਲੱਖ ਰੁਪਇਆ ਜਿਹੜਾ ਉਹ ਇਨਾਮ ਆਪਣੇ ਕੋਲੋਂ ਦਊਂਗਾ ਜੀ। ਬੜੀਆਂ ਗੱਲਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਜੀ, ਤੇ ਉਹਨਾਂ ਦੀ ਜਿਹੜੀ ਦੌੜਨ ਦੇ ਅਭਿਆਸ ਦੀ ਗੱਲ ਆ ਜਾਂ ਸਾਹ ਪਕਾਉਣ ਦੀ ਗੱਲ ਆ, ਉਹਦੇ ਬਾਰੇ ਇਹ ਵੀ ਕਿਹਾ ਜਾਂਦਾ ਵੀ ਉਹ ਜਦੋਂ ਬਚਪਨ 'ਚ ਸਕੂਲ ਪੜ੍ਹਨ ਜਾਂਦੇ ਸੀਗੇ ਤੇ ਨੰਗੇ ਪੈਰੀ ਹੁੰਦੇ ਸੀਗੇ ਤੇ ਉਹ ਇੱਕ ਦਰਖਤ ਤੋਂ ਦੂਜੇ ਦਰਖਤ ਤੱਕ ਦੌੜ ਕੇ ਚਲ ਜਾਂਦੇ ਸੀਗੇ ਕਿ ਸ਼ਾਇਦ ਦੌੜਨ ਨਾਲ ਪੈਰ ਘੱਟ ਸੜਨ। ਤੇ ਇਸ ਕਿਸਮ ਦੀਆਂ ਗੱਲਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਆ। ਔਰ ਤੁਸੀਂ ਠੀਕ ਕਹਿੰਦੇ ਹੋ ਭਈ ਫਿਲਮ ਦੇ ਵਿੱਚ ਫਿਲਮਕਾਰ ਨੂੰ ਕੁਝ ਮਸਾਲੇ ਜਿਹੜੇ ਆ ਉਹ ਪਾਉਣੇ ਪੈਂਦੇ ਆ, ਪਰ ਉਹਦੇ ਵਿੱਚ ਫਿਲਮ ਦੇ ਵਿੱਚ ਵੀ ਮਿਲਖਾ ਸਿੰਘ ਨੂੰ ਇੱਕ ਦ੍ਰਿੜ ਇਰਾਦੇ ਵਾਲਾ ਇਨਸਾਨ, ਇੱਕ ਸਧਾਰਨ ਜ਼ਿੰਦਗੀ ਤੋਂ ਉੱਠਿਆ ਹੋਇਆ ਇਨਸਾਨ, ਇੱਕ ਮਿਹਨਤੀ ਇਨਸਾਨ ਜਿਹੜਾ ਹੈਗਾ ਉਹ ਪੇਸ਼ ਕੀਤਾ ਗਿਆ। ਔਰ ਕੁਝ ਗੱਲਾਂ ਜਿਹੜੀਆਂ ਇਸ ਕਿਸਮ ਦੀਆਂ ਜੋੜੀਆਂ ਗਈਆਂ ਭਈ ਉਹ ਦੌੜ ਇਸ ਕਰਕੇ ਨਾ ਜਿੱਤ ਸਕੇ, ਬਈ ਉਹ ਕੁਝ ਯਾਸ਼ੀ ਵਾਲੇ ਪਾਸੇ ਨੂੰ ਗਏ ਜਾਂ ਕੁਝ ਇਦਾਂ ਦੀ ਕੋਈ ਗੱਲ ਉਹਦੀ ਜ਼ਿੰਦਗੀ 'ਚ ਹੈ ਨਹੀਂ ਸੀਗੀ। ਇਹ ਜ਼ਰੂਰ ਆ ਭਈ ਅਸੀਂ ਉਹਦੀ ਕਿਸਮਤ ਕਹਿ ਸਕਦੇ ਹਾਂ ਵੀ ਉਹਦੀ ਕਿਸਮਤ ਦੇ ਵਿੱਚ 올림픽 ਮੈਡਲ ਨਹੀਂ ਸੀਗਾ ਤੇ 올림픽 ਮੈਡਲ ਦੇ ਉਰੇ ਉਹਨਾਂ ਨੂੰ ਰਹਿਣਾ ਪਿਆ। ਪਰੰਤੂ ਇੱਕ ਗੱਲ ਤਾਂ ਉਹਨਾਂ ਦੇ ਹੱਕ ਵਿੱਚ ਗਈ ਔਰ ਉਹ ਸਦਾ ਲਿਖੀ ਰਹੇਗੀ ਭਾਰਤੀ ਐਥਲੈਟਿਕਸ ਦੇ ਇਤਿਹਾਸ ਦੇ ਵਿੱਚ, ਭਈ ਉਹ ਐਸਾ ਭਾਰਤੀ ਐਥਲੀਟ ਸੀਗਾ ਜਿਹਨੇ ਵਿਸ਼ਵ ਰਿਕਾਰਡ ਤੋੜਿਆ, 올림픽 ਦਾ ਰਿਕਾਰਡ ਤੋੜਿਆ। ਤੇ ਉਹ ਰਿਕਾਰਡ ਜਿਹੜਾ ਆ ਉਹ ਭਾਰਤ ਦੇ ਵਿੱਚ ਅਜੇ ਵੀ ਕੋਈ ਨਹੀਂ ਤੋੜ ਸਕਿਆ। ਇੱਕ ਸਮੇਂ ਗੱਲ ਚੱਲੀ ਸੀਗੀ ਕਿ ਐਥਲੀਟ ਪਰਮਜੀਤ ਸਿੰਘ ਨੇ ਸ਼ਾਇਦ ਕੋਈ ਉਹਦੀ ਬਰਾਬਰੀ ਕੀਤੀ ਸੀਗੀ, ਪਰੰਤੂ ਉਹ ਕਿਉਂਕਿ ਕੋਈ ਜਿਹੜੀ ਆ ਇਵੈਂਟ ਇੰਟਰਨੈਸ਼ਨਲ ਲੈਵਲ ਦੀ ਨਹੀਂ ਸੀਗੀ, ਇਸ ਕਰਕੇ ਉਹਨੂੰ ਮਾਨਤਾ ਨਹੀਂ ਦਿੱਤੀ ਗਈ ਸੀਗੀ। ਤੇ ਇਹਦਾ ਮਕਸਦ ਇਹ ਹੈਗਾ, ਯਾਨੀ ਇਹਦਾ ਮਤਲਬ ਇਹ ਆ ਭਈ ਅੱਜ ਵੀ ਮਿਲਖਾ ਸਿੰਘ ਵਰਗਾ ਐਥਲੀਟ ਜਿਹੜਾ ਹੈਗਾ ਉਹ ਇੰਡੀਆ ਪੈਦਾ ਨਹੀਂ ਕਰ ਸਕਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਸੰਭਾਵਨਾਵਾਂ ਘੱਟ ਨੇ, ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਉਦੋਂ ਵੀ ਕੰਪੀਟੀਸ਼ਨ ਸੀਗਾ, ਹੁਣ ਜ਼ਿਆਦਾ ਕੰਪੀਟੀਸ਼ਨ ਆ। ਔਰ ਮਿਲਖਾ ਸਿੰਘ ਤੋਂ ਉਹਦੇ ਐਥਲੈਟਿਕਸ ਜੀਵਨ ਦੇ ਉੱਤੋਂ ਪ੍ਰੇਰਨਾ ਜ਼ਰੂਰ ਜਿਹੜੀ ਆ ਉਹ ਐਥਲੀਟ ਲੈਂਦੇ ਰਹਿਣਗੇ। ਪ੍ਰੋਫੈਸਰ ਸਾਹਿਬ, ਮਿਲਖਾ ਸਿੰਘ ਹੋਰਾਂ ਦਾ ਆਪਣਾ ਮੰਨਣਾ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਅਯਾਸ਼ੀ ਵਾਲੀ ਗੱਲ ਤੇ ਕੋਈ ਵੀ ਉਹਨਾਂ ਨਾਲ ਸਹਿਮਤ ਨਹੀਂ ਹੋ ਸਕਦਾ। ਉਹਨਾਂ ਦਾ ਇਹ ਮੰਨਣਾ ਜ਼ਰੂਰ ਸੀ ਕਿ ਜਦੋਂ ਮੈਂ ਟਰੈਕ ਦੇ ਵਿੱਚ ਸੀਗਾ ਤੇ 200 ਮੀਟਰ ਦੀ ਰੇਸ ਬਹੁਤ ਛੋਟੀ ਹੁੰਦੀ ਆ, ਆਪਾਂ ਨੂੰ ਪਤਾ ਹੈ ਕਿ 200 ਮੀਟਰ ਦੀ ਰੇਸ ਬੜੀ ਤੇਜ਼ੀ ਨਾਲ ਉਹ ਜਿਹੜੀ ਆ ਦੌੜੀ ਜਾਂਦੀ ਆ। ਤੇ ਉਹਨਾਂ ਨੂੰ ਐ ਲੱਗਿਆ ਕਿ ਮੈਂ ਆਪਣੇ ਰਾਊਂਡ ਦੇ ਵਿੱਚ ਬਾਕੀ ਮੇਰੇ ਜਿਹੜੇ ਕੰਪੀਟੀਟਰ ਨੇ ਉਹਨਾਂ ਸਾਰਿਆਂ ਨਾਲੋਂ ਕਾਫੀ ਅੱਗੇ ਚੱਲ ਰਿਹਾ। ਤੇ ਉਹਨਾਂ ਨੇ ਗਲਤੀ ਇਹ ਆਂਦੇ ਮੈਂ ਕਰ ਬੈਠਾ ਕਿ ਮੈਂ ਆਪਣਾ ਸਿਰ ਘੁਮਾ ਕੇ ਵੇਖਿਆ ਕਿ ਮੈਂ ਕਿੰਨੇ ਕੁ ਡਿਸਟੈਂਸ ਆ, ਤੇ ਉਹਨੇ ਚਿਰ ਦੇ ਵਿੱਚ ਹੀ ਉਹ ਸਾਰਾ ਕੰਮ ਹਿੱਲ ਗਿਆ ਜੀ। ਉਹਨਾਂ ਦਾ ਕਹਿਣਾ ਹੈ, ਬਹੁਤ ਸਾਰੀਆਂ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਹੈ ਜੀ। ਜ਼ਰੂਰ ਕੋਈ ਇਦਾਂ ਦੀ ਗੱਲ ਹੋਈ ਹੋਊਗੀ, ਪਰ ਜਿਹੜੀ 400 ਦੀ ਹੈ ਨਾ ਜੀ, ਇਹ ਵੀ ਸਪ੍ਰਿੰਟਾਂ ਦੇ ਵਿੱਚ ਹੀ ਆ ਜਾਂਦੀ ਹੈਗੀ ਆ, 100, 200, 400। ਹਾਂਜੀ। ਤੇ ਇਹਦੇ ਵਿੱਚ ਸਕੋਪ ਨਹੀਂਗਾ ਹੁੰਦਾ ਪਿੱਛੇ ਵੇਖਣ ਦਾ। ਇਹ ਠੀਕ ਹੈ ਤੁਹਾਡੀ ਗੱਲ। ਹਾਂਜੀ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਨੂੰ ਅਸੀਂ ਕੋਈ ਕਿਸਮਤ ਦਾ ਗੇੜ ਕਹਿ ਸਕਦੇ ਹਾਂ, ਕਿਉਂਕਿ ਮਿਲਖਾ ਸਿੰਘ ਉਸ ਸਮੇਂ ਤੱਕ ਇੱਕ ਪਰਪੱਕ ਐਥਲੀਟ ਸੀਗਾ, ਉਹਦੀ ਕੋਚਿੰਗ ਵੀ ਵਧੀਆ ਹੁੰਦੀ ਹੋਊਗੀ, ਪਰ ਫਿਰ ਵੀ ਇਨਸਾਨ ਜਿਹੜਾ ਜੀ ਉਹ ਕਹਿੰਦੇ ਗਲਤੀਆਂ ਦਾ ਪੁਤਲਾ ਆ। ਤੇ ਉਹਨਾਂ ਕੋਲੋਂ ਵੀ ਇਹ ਗਲਤੀ ਹੋ ਗਈ ਕਿ ਉਹਨਾਂ ਨੇ ਧੌਣ ਕਮਾ ਲਈ ਔਰ ਉਹਦਾ ਖਮਿਆਜਾ ਜਿਹੜਾ ਹੈਗਾ ਉਹਨਾਂ ਨੂੰ ਭੁਗਤਣਾ ਪਿਆ। ਤੇ ਉਹ ਸਾਰੀ ਉਮਰ ਇਸ ਗੱਲ ਦਾ ਉਹਨਾਂ ਨੂੰ ਪਛਤਾਵਾ ਰਿਹਾ ਕਿ ਕਾਸ਼ ਮੈਂ ਇਸ ਤਰੀਕੇ ਦੀ ਕੋਈ ਗੱਲ ਨਾ ਕਰਦਾ ਤਾਂ ਸ਼ਾਇਦ ਮੇਰਾ ਰੁਤਬਾ ਜਿਹੜਾ ਹੈਗਾ ਉਹ ਇਦੋਂ ਵੀ ਵੱਡਾ ਹੁੰਦਾ। ਇੱਕ ਪਾਸ਼ਰਾ ਨੇ ਹੋਰ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਸੀਗਾ। ਵੈਸੇ ਉਹਨਾਂ ਦੀ ਜੀਵਨੀ 'ਚ ਇਹ ਵੀ ਗੱਲ ਆਉਂਦੀ ਆ ਕਿ 1965 ਦਾ ਜਦੋਂ ਯੁੱਧ ਹੋਇਆ ਨਾ ਆਪਣੇ ਕਾਲੋਂ ਸਾਹਿਬ, ਤੋਂ ਉਦੋਂ ਪਾਕਿਸਤਾਨ ਦੇ ਕੁਝ ਕੈਦੀ ਫੌਜੀ ਫੜੇ ਸੀ, ਉਹਨਾਂ ਦੇ ਵਿੱਚ ਅਬਦੁਲ ਖਾਲਿਕ ਨਾਂ ਦਾ ਮੇਜਰ, ਉਹ ਵੀ ਜੰਗੀ ਕੈਦੀ ਸੀਗਾ। ਤੇ ਉਹ
ਮੇਰਠ ਜੇਲ੍ਹ 'ਚ ਬੰਦ ਸੀਗਾ ਫੌਜੀ ਨਿਗਰਾਨੀ ਹੇਠ। ਤੇ ਜਦੋਂ ਫੌਜੀ ਉੱਥੇ ਕਸਰਤ ਕਰਦੇ ਸੀ ਜੇਲ੍ਹ ਦੇ ਅੰਦਰ, ਵੀ ਆਪਾਂ ਨੂੰ ਪਤਾ ਗੇਮਾਂ ਹੁੰਦੀਆਂ ਨੇ, ਤੇ ਉਸ ਨੇ ਉਹਨਾਂ ਜਵਾਨਾਂ ਨੂੰ ਕਿਹਾ ਕਿ ਮੈਂ ਵੀ ਦੌੜਾਕ ਆ ਪਾਕਿਸਤਾਨ ਵੱਲੋਂ, ਤੇ ਉਹਦਾ ਕਾਫੀ ਨਾਂ ਸੀਗਾ, ਤੇ ਮੈਂ ਮਿਲਖਾ ਸਿੰਘ ਨੂੰ ਮਿਲਣਾ ਚਾਹੁੰਦਾ ਆ। ਤੇ ਇਹ ਗੱਲ ਮਿਲਖਾ ਸਿੰਘ ਕੋਲ ਪਹੁੰਚੀ, ਤੇ ਉਦੋਂ ਉਹਨਾਂ ਦਾ ਸਭ ਤੋਂ ਵੱਡਾ ਕੰਪੀਟੀਟਰ ਉਹੀ ਸੀਗਾ, ਤੇ ਮਿਲਖਾ ਸਿੰਘ ਜੀ ਖੁਦ ਉਹਨੂੰ ਮੇਰਠ ਜੇਲ੍ਹ ਦੇ ਵਿੱਚ ਮਿਲਣ ਗਏ ਸੀਗੇ। ਤੇ ਉਸ ਤੋਂ ਬਾਅਦ ਦੀ ਕਹਾਣੀ ਤੁਸੀਂ ਦੱਸ ਹੀ ਦਿੱਤੀ ਆ ਕਿ ਜਦੋਂ ਲਾਹੌਰ ਵਿੱਚ ਉਹ ਦੌੜੇ, ਤੇ ਮੇਰੇ ਖਿਆਲ ਜਹਾਲਕ ਵੇਲੇ ਦੀ ਗੱਲ ਹੈ, ਅਯੂਬ ਖਾਨ ਦੇ ਵੇਲੇ ਦੀ ਗੱਲ ਹੈ ਮੇਰੇ ਖਿਆਲ। ਹਾਂਜੀ ਹਾਂਜੀ, ਅਯੂਬ ਖਾਨ ਦੀ। ਅਯੂਬ ਖਾਨ ਨੇ ਜਦੋਂ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ, ਤੇ ਉਹਨਾਂ ਪੁੱਛਿਆ ਕਿ ਮੈਂ ਕਿੱਦਾਂ ਦੌੜਿਆ, ਤੇ ਤੂੰ ਦੌੜਿਆ ਨਹੀਂ, ਤੂੰ ਤੇ ਉੱਡਿਆ ਆ। ਤੇ ਉਹਦੇ ਵਿੱਚ ਪਾਸ਼ਰੀ ਜ਼ਿਕਰ ਕਰਦੇ ਇੱਕ ਹੋਰ ਗੱਲ ਦਾ ਵੀ, ਸ਼ਾਇਦ ਉਹ ਮਸਾਲਾ ਵੀ ਹੋ ਸਕਦਾ ਆ, ਕਿ ਜਦੋਂ ਅਜੇ ਉਹ ਵਾਰਮ ਅਪ ਹੋ ਰਹੇ ਸੀ, ਤੇ ਉਹਨਾਂ ਤਿਰੰਗਾ ਹੱਥ 'ਚ ਫੜ ਕੇ ਤੇ ਰਾਉਂਡ ਲਾ ਰਹੇ ਸੀ, ਤੇ ਕੁਝ ਇੱਕ ਨੌਜਵਾਨ ਔਰਤਾਂ ਬੈਠੀਆਂ ਸੀਗੀਆਂ। ਜਦੋਂ ਉਹ ਨੇੜੇ ਆਇਆ, ਤੇ ਇੱਕ ਨੇ ਵਿੱਚੋਂ ਬੁਰਕਾ ਚੁੱਕ ਦਿੱਤਾ ਆਪਣਾ, ਤੇ ਮਿਲਖਾ ਸਿੰਘ ਨੂੰ ਆਵਾਜ਼ ਦੇ ਕੇ ਕਿਹਾ ਕਿ ਜੇ ਅੱਜ ਤੂੰ ਇਹਨੂੰ ਅਬਦੁਲ ਖਾਦਰ ਨੂੰ ਹਰਾ ਦੇਵੇਂ, ਤੇ ਤੇਰੇ ਲਈ ਕੁਝ ਵੀ ਕਰ ਸਕਦੇ ਆ, ਜਾਨੀ ਕਿ ਕੁਝ ਐਸਾ ਉਹਨਾਂ ਕਿਹਾ। ਤੇ ਮਿਲਖਾ ਸਿੰਘ ਹਰਾਂ ਦੇ ਮੂੰਹ ਕੁਆਇਆ ਪਾਸ਼ ਨੇ ਕਿ ਉਸ ਦਿਨ ਭਾਵੇਂ ਉਸ ਨੂੰ, ਮੇਰੇ ਕੰਪੀਟੀਟਰ ਨੂੰ, ਜਹਾਜ਼ ਦੀ ਪੂਛ ਦੇ ਮਗਰ ਵੀ ਬੰਨ ਦਿੰਦੇ, ਪਰ ਮੈਂ ਫਿਰ ਵੀ ਉਤੋਂ ਅੱਗੇ ਲੰਘ ਜਾਣਾ ਸੀਗਾ। ਤੇ ਕਹਿੰਦੇ ਇਹ ਹੈ ਕਿ ਜਦੋਂ ਉਹ ਦੌੜਦਾ ਸੀਗਾ, ਉਹ ਕਿਤਾਬ 'ਚ ਜ਼ਿਕਰ ਹੈ ਕਿ ਉਹਦੇ ਪੈਰਾਂ 'ਚੋਂ ਮਿੱਟੀ ਨਿਕਲ ਕੇ ਉਹਦੇ ਸਿਰ ਦੇ ਉੱਤੋਂ ਦੀ ਲੰਘ ਕੇ ਇੱਕ ਸਰਕਲ ਬਣ ਜਾਇਆ ਕਰਦਾ ਸੀਗਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਬਾਰੇ ਕੀਤੀਆਂ ਜਾਂਦੀਆਂ ਨੇ। ਕਈ ਵਾਰ ਮੈਂ ਸਮਝਦਾ ਹਾਂ ਕਿ ਜਦੋਂ ਕੋਈ ਬੰਦਾ ਹੀਰੋ ਬਣ ਜਾਂਦਾ ਹੈ, ਤਾਂ ਉਹਦੇ ਬਾਰੇ ਬਹੁਤ ਕੋਈ ਇਹੋ ਜਿਹੀਆਂ ਦੰਦ ਕਥਾਵਾਂ ਨਾਲ ਚੱਲ ਪੈਂਦੀਆਂ ਨੇ। ਨਹੀਂ, ਇਹ ਅਬਦੁਲ ਖਾਲਦ ਉਹਦਾ ਕੰਪੀਟੀਟਰ ਸੀਗਾ ਜੀ। ਇਹ ਬਿਲਕੁਲ ਸਹੀ ਗੱਲ ਆ। ਹਾਂਜੀ ਔਰ ਬੜਾ ਉਸ ਵੇਲੇ ਪਾਕਿਸਤਾਨ ਨੂੰ ਗਰੂਰ ਸੀਗਾ ਇਸ ਗੱਲ ਦਾ ਹਾਂਜੀ ਕਿ ਅਬਦੁਲ ਖਾਲਦ ਜਿਹੜਾ ਆ ਉਹ ਤਗੜਾ ਐਥਲੀਟ ਆ। ਤੇ ਉਹ ਜਿਹੜਾ ਮੁਕਾਬਲਾ ਸੀਗਾ ਜੀ, ਉਹ ਅਸਲ ਦੇ ਵਿੱਚ ਮਿਲਖਾ ਸਿੰਘ ਦਾ ਤੇ ਅਬਦੁਲ ਖਾਲਦ ਦਾ ਨਹੀਂ ਸੀਗਾ। ਉਹ ਭਾਰਤ ਦਾ ਤੇ ਪਾਕਿਸਤਾਨ ਦਾ ਮੁਕਾਬਲਾ ਸੀਗਾ। ਜੀ ਜੀ। ਦੋਵਾਂ ਐਥਲੀਟਾਂ ਕੋਲ ਆਪਣੇ ਆਪਣੇ ਦੇਸ਼ ਦਾ ਓਨਰ ਬਚਾਉਣ ਦਾ ਮਸਲਾ ਸੀਗਾ। ਔਰ ਜਿਹੜੀ ਪਾਸ਼ ਨੇ ਇਹ ਗੱਲ ਲਿਖੀ ਆ ਵੀ ਜਦੋਂ ਉਹ ਦੌੜਦਾ ਸੀਗਾ ਤੇ ਉਹਦੇ ਪੈਰਾਂ ਦੇ ਵਿੱਚੋਂ ਜਿਹੜੀ ਮਿੱਟੀ ਉੱਡਦੀ ਸੀਗੀ, ਉਹ ਉਹਦੇ ਮੋਢਿਆਂ ਤੇ ਪੈਂਦੀ ਸੀਗੀ, ਇੱਕ ਚੱਕਰ ਵੱਜ ਜਾਂਦਾ ਸੀਗਾ। ਇਹ ਗੱਲ ਠੀਕ ਆ, ਜਦੋਂ ਵੀ ਕੋਈ ਐਥਲੀਟ ਤੇਜ਼ ਦੌੜਦਾ ਆ ਤਾਂ ਇਹ ਚੱਕਰ ਇਸੇ ਤਰ੍ਹਾਂ ਵੱਜਦਾ ਆ। ਪਰ ਆਮ ਤੌਰ ਤੇ ਜਿਹੜੇ ਹੁਣ ਟਰੈਕ ਹੈਗੇ ਆ, ਉਸ ਵੇਲੇ ਵੀ ਹੋਣਗੇ, ਉਹਨਾਂ ਦੇ ਵਿੱਚ ਕੋਈ ਇਸ ਕਿਸਮ ਦੀ ਮਿੱਟੀ ਵਾਲੀ ਗੱਲ ਜਿਹੜੀ ਆ ਉਹਦੀ ਸੰਭਾਵਨਾ ਤਾਂ ਘੱਟ ਆ। ਪਰ ਉਹਦੇ ਦੌੜਨ ਦੀ ਤੇ ਉਹਦੇ ਪੈਰਾਂ ਨਾਲ ਉੱਠੀ ਹੋਈ ਮਿੱਟੀ ਜਿਹੜੀ ਆ ਉਹਦੇ ਮੋਢਿਆਂ ਤੇ ਜਾਣ ਤੱਕ, ਇਹ ਗੱਲ ਹਰ ਚੰਗੇ ਐਥਲੀਟ ਦੇ ਉੱਤੇ ਜਿਹੜੀ ਆ ਉਹ ਢੁਕਦੀ ਆ। ਬਿਲਕੁਲ ਬਿਲਕੁਲ। ਔਰ ਮਿਲਖਾ ਸਿੰਘ ਨੂੰ ਭਾਰਤੀ ਖੇਡ ਇਤਿਹਾਸ ਦੇ ਵਿੱਚ ਹਮੇਸ਼ਾ ਇੱਕ ਸਿੰਬਲ ਦੇ ਤੌਰ ਤੇ, ਇੱਕ ਹੀਰੋ ਦੇ ਤੌਰ ਤੇ, ਇੱਕ ਜਿਹੜਾ ਉਹਦਾ ਆਈਡੀਅਲ ਹੈ ਨੌਜਵਾਨਾਂ ਦਾ, ਐਥਲੀਟਾਂ ਦਾ, ਉਹਦੇ ਤੌਰ ਤੇ ਜਾਣਿਆ ਜਾਂਦਾ ਰਹੇਗਾ। ਅੱਜ ਅਸੀਂ ਫੇਰ ਇੱਕ ਵਾਰੀ ਅਦਾਰਾ ਪੰਜਾਬੀ ਦੁਨੀਆ ਟੀਵੀ ਵੱਲੋਂ ਤੇ ਆਪਣੀ ਸਮੁੱਚੀ ਟੀਮ ਵੱਲੋਂ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਪ੍ਰਗਟ ਕਰਦੇ ਆ। ਉਹਨਾਂ ਦੀ ਵਾਈਫ ਹਫ਼ਤਾ ਤੱਕ ਪਹਿਲਾਂ ਗਏ ਸੀਗੇ, ਉਹਨਾਂ ਨੂੰ ਵੀ ਸ਼ਰਧਾਂਜਲੀ ਦਿੰਦੇ ਆ। ਤੁਸੀਂ ਜੀ ਮਿਲਖਾ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਬਹੁਤ ਵੱਡਾ ਨਾਂ ਆ ਉਹਨਾਂ ਦਾ ਗੋਲਫ ਦੇ ਵਿੱਚ, ਪਰ ਉਹ ਕਮਰਸ਼ੀਅਲ ਗੇਮ ਹੋਣ ਕਰਕੇ ਬਹੁਤ ਬਹੁਤ ਪੈਸਾ ਉਹਦੇ ਵਿੱਚ, ਤੇ ਸ਼ਾਇਦ ਉਸ ਤਰ੍ਹਾਂ ਦੀ ਉਹ ਓਨਰ ਵਾਲੀ ਗੱਲ ਨਹੀਂ ਆ, ਪਰ ਉਹ ਨਿੱਜੀ ਤੌਰ ਤੇ ਜਿਸ ਤਰ੍ਹਾਂ ਆ, ਜੇ ਕਿਹਾ ਜਾਵੇ ਕਿ ਪੈਸੇ ਕਮਾਉਣ ਵਾਲੀ ਜਿਹੜੀ ਗੇਮ ਆ, ਉਹ ਬਹੁਤ ਵੱਡਾ ਉਸ ਕੰਮ 'ਚ ਨਾਂ ਹੈ ਜੀ। ਇਹ ਸਹੀ ਗੱਲ ਆ ਜੀ ਕਿ ਮਿਲਖਾ ਸਿੰਘ ਸਾਡੇ ਭਾਰਤ ਦਾ, ਏਸ਼ੀਆ ਦਾ, ਦੁਨੀਆ ਦੀ ਐਥਲੈਟਿਕਸ ਦੁਨੀਆ ਦਾ ਇੱਕ ਬਹੁਤ ਮਾਣ ਸੀਗਾ, ਗੌਰਵ ਸੀਗਾ। ਔਰ ਉਹਦੇ ਨਾਲ ਹੀ ਜਿਹੜੀ ਨਿਰਮਲ ਮਿਲਖਾ ਸਿੰਘ ਆ, ਉਹ ਸਾਡੇ ਭਾਰਤ ਦਾ ਗੌਰਵ ਸੀਗਾ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਅਜੇ ਸਾਡੀ ਵਿਮਨ ਐਜੂਕੇਸ਼ਨ ਇੰਨੀ ਨਹੀਂ ਸੀਗੀ, ਇੰਨੀਆਂ ਖੁੱਲ੍ਹਾਂ ਕੁੜੀਆਂ ਨੂੰ ਨਹੀਂ ਸਨ, ਉਦੋਂ ਵੀ ਉਹ ਵਾਲੀਬਾਲ ਖੇਡਦੀ ਸੀਗੀ ਤੇ ਭਾਰਤ ਦੀ ਵਾਲੀਬਾਲ ਟੀਮ ਦੀ ਕਪਤਾਨੀ ਕਰਦੀ ਸੀਗੀ। ਇਹ ਅਸੀਂ ਦੋਨਾਂ ਜੀਆਂ ਨੂੰ ਹੀ ਸ਼ਰਧਾਂਜਲੀ ਵੀ ਦਿੰਦੇ ਹਾਂ। ਔਰ ਇਹ ਇਸ ਗੱਲ ਦੇ ਉੱਤੇ ਅਫਸੋਸ ਪ੍ਰਗਟ ਕਰਦੇ ਹਾਂ ਕਿ ਉਹ ਖੇਡ ਦੇ ਮੈਦਾਨਾਂ ਵਿੱਚ ਮੱਲਾਂ ਮਾਰਨ ਵਾਲੇ ਜਿਹੜੇ ਆ, ਉਹ ਕਰੋਨਾ ਵਰਗੀ ਜਿਹੜੀ ਬਿਮਾਰੀ ਹੈਗੀ ਆ, ਉਹਦੇ ਅੱਗੇ ਮਾਤ ਖਾ ਗਏ ਜੀ।
ਜੀ ਆਪਾਂ ਥੋੜ੍ਹੀਆਂ ਕੁਝ ਹੋਰ ਗੱਲਾਂ ਵੀ ਕਰਦੇ ਹਾਂ ਅੱਜ ਦੇ ਦਿਨ ਕਿਸਾਨ ਮੂਵਮੈਂਟ ਤੇ ਵੀ ਤੁਹਾਡੇ ਨਾਲ ਸਾਂਝ ਪਾਉਣੀ ਆ। ਇੱਕ ਦੋ ਗੱਲਾਂ ਇੱਥੋਂ ਦੀਆਂ ਵੀ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ। ਇੱਕ ਤਾਂ ਪ੍ਰੋਫੈਸਰ ਸਾਹਿਬ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮੂਨਾਈਜੇਸ਼ਨ ਜਿਹੜੇ ਟੀਕੇ ਲਾਉਣ ਵਾਲੀ ਹੁੰਦੀ ਹੈ ਜੀ ਸੰਸਥਾ, ਉਹਨਾਂ ਰਿਕਮੈਂਡ ਕੀਤਾ ਕਿ ਜਿਹੜੇ ਲੋਕਾਂ ਨੇ ਪਹਿਲਾਂ ਐਸਟਰਾਜੈਨਕਾ ਲਵਾਈ ਹੋਈ ਸੀਗੀ ਉਹ ਹੁਣ ਜਿਹੜੀ ਫਾਈਜ਼ਰ ਆ ਜਾਂ ਮੋਡਰਨਾ ਜਿਹੜੀ ਆ ਉਹਦਾ ਸੈਕੰਡ ਡੋਜ਼ ਲੈ ਸਕਦੇ ਆ। ਪਰ ਇੱਕ ਖਬਰ ਮੈਂ ਅੱਜ ਫਿਰ ਹੋਰ ਵੇਖ ਰਿਹਾ ਸੀਗਾ ਕਿ ਯੂਐਸ ਦੇ ਵਿੱਚ ਜਿਨ੍ਹਾਂ ਨੇ ਲਵਾਈ ਹੋਈ ਆ ਜੀ ਇਹ ਐਸਟਰਾਜੈਨਕਾ, ਉਹਨਾਂ ਨੂੰ ਕੋਈ ਇੱਕ ਵੱਡਾ ਮੈਚ ਹੋ ਰਿਹਾ, ਉਹਦੇ ਵਿੱਚ ਐਂਟਰੀ ਤੋਂ ਮਨਾ ਕਰ ਦਿੱਤਾ ਗਿਆ ਆ ਕਿ ਉਹ ਮੈਚ ਵੇਖਣ ਨਹੀਂ ਜਾ ਸਕਦੇ। ਪਰ ਟਰੂਡੋ ਦਾ ਬਿਆਨ ਆਇਆ ਕਿ ਉਹਨਾਂ ਨਾਲ ਅਸੀਂ ਜਿਨ੍ਹਾਂ ਲੋਕਾਂ ਨੇ ਉਹ ਦਵਾਈ ਲਈ ਆ, ਉਹ ਵੈਕਸੀਨ ਲਈ ਆ, ਉਹਨਾਂ ਨਾਲ ਭਿੰਨ ਭੇਦ ਨਹੀਂ ਹੋਣ ਦੇਵਾਂਗੇ, ਉਹਨਾਂ ਨੂੰ ਸਾਰੇ ਮੌਕੇ ਬਰਾਬਰ ਦੇ ਮਿਲਣਗੇ। ਗੱਲ ਮੁੜ ਕੇ ਗਿੱਲ ਸਾਹਿਬ ਉੱਥੇ ਹੀ ਆ ਜਾਂਦੀ ਆ ਕਿ ਭਾਰਤ ਦਾ ਜਿਹੜਾ ਵਕਾਰ ਹੈ ਉਹ ਸਾਡੇ ਨੇਤਾਵਾਂ ਨੇ ਇਸ ਹੱਦ ਤੱਕ ਡੇਗ ਦਿੱਤਾ ਆ ਭਈ ਸਾਡੀਆਂ ਜਿਹੜੀਆਂ ਠੀਕ ਗੱਲਾਂ ਆ ਉਹਨਾਂ ਨੂੰ ਵੀ ਗਲਤ ਸਮਝਿਆ ਜਾਂਦਾ ਆ, ਭਾਰਤ ਦੇ ਸੱਚ ਨੂੰ ਵੀ ਝੂਠ ਸਮਝਿਆ ਜਾਂਦਾ ਆ। ਉਹਦੇ ਵਿੱਚ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ ਕਿ ਜਿਹੜੀ ਐਸਟਰਾਜੈਨਕਾ ਆ ਇਹ ਇੰਡੀਆ ਦੇ ਵਿੱਚ ਤਿਆਰ ਜ਼ਰੂਰ ਹੋਈ ਆ, ਪਰ ਇਹਦਾ ਜਿਹੜਾ ਫਾਰਮੂਲਾ ਹੈਗਾ, ਜਿਹੜੀ ਇਹਦੀ ਕੋਲੈਬੋਰੇਸ਼ਨ ਆ ਉਹ ਆਕਸਫੋਰਡ ਯੂਨੀਵਰਸਿਟੀ ਨਾਲ ਆ, ਔਰ ਇਹਦੇ ਵਿੱਚ ਅੰਤਰਰਾਸ਼ਟਰੀ ਕਾਰਪੋਰੇਟ ਜਿਹੜੀਆਂ ਕਾਰਪੋਰੇਸ਼ਨਾਂ ਆ ਉਹ ਸ਼ਾਮਲ ਨੇ। ਔਰ ਇਹ ਕੋਈ ਭਾਰਤ ਦੀ ਇੰਡੀਜੀਨਸ, ਭਾਰਤ ਦੀ ਕੋਈ ਭਾਰਤੀ ਫਾਰਮੂਲੇ ਨਾਲ ਤਿਆਰ ਕੀਤੀ ਹੋਈ ਦਵਾਈ ਨਹੀਂ ਹੈ। ਤੇ ਇਹਦੇ ਪਿੱਛੇ ਇੱਕੋ ਇੱਕ ਕਾਰਨ ਆ, ਜਿੱਥੇ ਤੁਸੀਂ ਜਿਵੇਂ ਦੱਸਿਆ ਬਈ ਉਸ ਮੈਚ ਦੇ ਵਿੱਚ ਦਰਸ਼ਕਾਂ ਨੂੰ ਜਿਨ੍ਹਾਂ ਨੇ ਐਸਟਰਾਜੈਨਕਾ ਲਵਾਈ ਹੋਏਗੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਏਗਾ। ਇਹ ਮੈਂ ਮਹਿਸੂਸ ਕਰਦਾ ਹਾਂ ਬਈ ਇਹਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਵਿਗਿਆਨੀਆਂ ਨੇ, ਜਿਹੜੇ ਸਪੈਸ਼ਲਿਸਟ ਆ, ਉਹਨਾਂ ਨੇ ਇਹ ਸਾਬਤ ਕਰ ਦਿੱਤਾ, ਸਪਸ਼ਟ ਕਰ ਦਿੱਤਾ। ਤੇ ਇਸ ਕਰਕੇ ਟਰੂਡੋ ਹੋਰਾਂ ਨੇ ਜਿਹੜੀ ਗੱਲ ਕੀਤੀ ਆ ਉਹ ਬਿਲਕੁਲ ਦਰੁਸਤ ਕੀਤੀ ਆ ਭਈ ਇਹ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਇਹ ਵੀ ਉੱਦਾਂ ਦੀ ਵੈਕਸੀਨ ਆ ਜਿੱਦਾਂ ਦੀ ਫਾਈਜ਼ਰ ਆ ਜਾਂ ਮੋਡਰਨਾ ਆ ਜਾਂ ਹੋਰ ਕੋਈ ਜਿਹੜੀਆਂ ਮਾਰਕੀਟ ਦੇ ਵਿੱਚ ਆਈਆਂ ਆ। ਸੋ ਇਹ ਸਿਰਫ ਤੇ ਸਿਰਫ ਜਿਹੜਾ ਇਹਦਾ ਡਿਸਕ੍ਰੈਡਿਟ ਆ ਉਹ ਭਾਰਤ ਦੇ ਹੁਕਮਰਾਨਾਂ ਨੂੰ ਜਾਂਦਾ ਆ ਕਿ ਉਹ ਆਪਣਾ ਵਕਾਰ ਜਿਹੜਾ ਹੈਗਾ, ਭਾਰਤ ਦਾ ਵਕਾਰ ਜਿਹੜਾ ਆ ਉਹਨਾਂ ਥੱਲੇ ਇਹਨਾਂ ਡੇਗ ਦਿੱਤਾ ਭਈ ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਵੱਲੋਂ ਤਿਆਰ ਕੀਤੀਆਂ ਹੋਈਆਂ ਜਿਹੜੀਆਂ ਮੈਡੀਸਨਸ ਆ ਉਹਨਾਂ ਨੂੰ ਇਸ ਕਰਕੇ ਘਟੀਆ ਦਰਜੇ ਦੀਆਂ ਸਮਝਿਆ ਜਾਂਦਾ ਆ ਭਈ ਉਹ ਕਿਉਂਕਿ ਭਾਰਤ ਦੇ ਵਿੱਚ ਤਿਆਰ ਹੋਈਆਂ ਨੇ। ਬਿਲਕੁਲ। ਇੱਕ ਖਬਰ ਸਾਡੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨਾਲ ਰਿਲੇਟਡ ਚੱਲ ਰਹੀ ਸੀਗੀ, ਉਹ ਇਹ ਆ ਕਿ ਜਿਹੜੀਆਂ ਆਰਮੀ ਦੇ ਵਿੱਚ ਵੂਮਨ ਕੰਮ ਕਰਦੀਆਂ ਨੇ ਉਹਨਾਂ ਨਾਲ ਜਿਹੜਾ ਸੈਕਸੁਅਲ ਮਿਸਕੰਡਕਟ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਨੇ। ਤੁਹਾਨੂੰ ਯਾਦ ਹੋਣਾ RCMP ਨਾਲ ਵੀ ਕਾਫੀ ਸਾਰੀਆਂ ਇਹੋ ਜਿਹੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਨੇ, ਔਰ ਵਿਦਨ ਆਰਮੀ ਵੀ ਕੁਝ ਐਸੀਆਂ ਰਿਪੋਰਟਾਂ ਸੀ ਜਿਹਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਜੀ ਆਪਣੀ BC ਦੀ, ਉਹਨਾਂ ਨੇ ਇੱਕ ਅਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਜਿਹੜੇ ਹਲਕੇ ਚੋਂ ਹਰਜੀਤ ਸਿੰਘ ਸੱਜਣ ਜਿਹੜੇ ਆ ਉਹ ਵੈਨਕੂਵਰ ਸਾਊਥ ਤੋਂ ਸ਼ਾਇਦ ਲੜਦੇ ਨੇ, ਉੱਥੋਂ ਦੇ ਵੋਟਰਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਹਰਜੀਤ ਸਿੰਘ ਸੱਜਣ ਨੂੰ ਜਿਹੜੀ ਨੈਕਸਟ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਡਿਫੀਟ ਦੇਣੀ ਆ, ਕਿਉਂਕਿ ਉਹ ਵਿਅਕਤੀ ਇਸ ਚੀਜ਼ ਦੇ ਉੱਤੇ ਕੰਟਰੋਲ ਨਹੀਂ ਕਰ ਸਕਿਆ ਤੇ ਟਰੂਡੋ ਸਾਹਿਬ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਕਵਰ ਅਪ ਕੀਤਾ ਆ। ਤੇ ਹੁਣ ਸਾਡੇ ਕੋਲ ਕੋਈ ਰਾਹ ਬਾਕੀ ਨਹੀਂ ਆ, ਅਸੀਂ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਉਹ ਇਸ ਵਿਅਕਤੀ ਨੂੰ ਦੁਬਾਰਾ MP ਬਣ ਨਾ ਦੇਣ। ਇੱਕ ਗੱਲ ਗਿੱਲ ਸਾਹਿਬ ਮੈਨੂੰ ਬੜੀ ਹੈਰਾਨੀ ਹੁੰਦੀ ਆ, ਜਦੋਂ RCMP ਜਾਂ ਫੌਜ ਦੇ ਵਿੱਚ ਜਿਹੜੀਆਂ ਔਰਤਾਂ ਆ ਉਹਨਾਂ ਦੀ ਜਿਹੜੀ ਸੈਕਸੁਅਲ ਐਕਸਪਲੋਇਟੇਸ਼ਨ ਕਰਨ ਦੀ ਗੱਲ ਆਉਂਦੀ ਆ, ਉਹਦੇ 'ਚ ਇਹ ਆ ਵੀ ਕੈਨੇਡਾ ਦੇ ਵਿੱਚ ਤਾਂ ਜਿਹੜੇ ਜੈਸਚਰਸ ਹੈਗੇ ਆ ਵੂਮਨ ਪ੍ਰਤੀ, ਉਹਨਾਂ ਨੂੰ ਟੱਚ ਨਾ ਵੀ ਕੀਤਾ ਜਾਵੇ, ਕੋਈ ਬੋਲ ਨਾ ਵੀ ਬੋਲਿਆ ਜਾਵੇ, ਕੇਵਲ ਜੈਸਚਰ ਜਿਹੜਾ ਹੈਗਾ ਉਹਦੇ ਆਧਾਰ ਦੇ ਉੱਤੇ ਹੀ ਜੇ ਕੋਈ ਔਰਤ ਸ਼ਿਕਾਇਤ ਕਰਦੀ ਆ ਤਾਂ ਜਿਹੜਾ ਮਰਦ ਹੈਗਾ ਉਹਦੇ ਉੱਤੇ ਉਹ ਜਿਹੜੀ ਸੈਕਸੁਅਲ ਹਰਾਸਮੈਂਟ ਦੀ ਧਾਰਾ ਆ ਲੱਗ ਜਾਂਦੀ ਆ। ਤੇ ਬਹੁਤ ਸਾਰੇ ਕੇਸ ਜਿਹੜੇ ਆ ਇਦਾਂ ਦੇ ਹੁੰਦੇ ਵੀ ਆ। ਪਰ ਇਹ ਜਿਹੜੀਆਂ ਔਰਤਾਂ
ਆਰਮੀ ਦੇ ਵਿੱਚ ਐਕਸਪਲੋਇਟ ਹੋਈਆਂ ਜਾਂ ਆਰਸੀਐਮਪੀ 'ਚ ਐਕਸਪਲੋਇਟ ਹੋਈਆਂ, ਕੀ ਉਹਨਾਂ ਕੋਲ ਇਹ ਕਾਨੂੰਨੀ ਚਾਰਾਜੋਈ ਜਾਂ ਇਹ ਜਿਹੜਾ ਅਧਿਕਾਰ ਹੈਗਾ ਉਹ ਪ੍ਰਾਪਤ ਨਹੀਂ ਹੈ ਕਿ ਜੇ ਕੋਈ ਮਰਦ ਗਲਤ ਐਡਵਾਂਸ ਕਰਦਾ ਆ ਤਾਂ ਉਹ ਉਹਦੀ ਸ਼ਿਕਾਇਤ ਕਰ ਸਕਦੀਆਂ ਹੋਣ? ਮੈਨੂੰ ਇਹ ਥੋੜ੍ਹੀ ਜਿਹੀ ਹੈਰਾਨੀ ਹੁੰਦੀ ਆ। ਔਰ ਦੂਜੀ ਹੈਰਾਨੀ ਮੈਨੂੰ ਇਸ ਗੱਲ ਤੇ ਹੁੰਦੀ ਆ ਕਿ ਕੋਈ 18 ਸਾਲ ਪਹਿਲਾਂ ਦੀ, 20 ਸਾਲ ਪਹਿਲਾਂ ਦੀ, ਕੋਈ 40 ਸਾਲ ਪਹਿਲਾਂ ਦੀ ਵੀ ਜੇ ਕੋਈ ਘਟਨਾ ਹੁੰਦੀ ਆ ਤੇ ਉਹ ਜਿਹੜੀ ਮੀ ਟੂ ਮੂਵਮੈਂਟ ਚੱਲੀ ਸੀਗੀ, ਉਹਦੇ ਜਿਹੜੇ ਪੋਜ਼ਿਟਿਵ ਪੱਖ ਨੇ ਉਹ ਇੱਕ ਵੱਖਰੀ ਗੱਲ ਆ, ਪਰ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਸ਼ੁਰੂ ਹੋ ਜਾਂਦੀ ਆ। ਔਰ ਮੈਨੂੰ ਪਤਾ ਆ ਕਿ ਜਿਹੜਾ ਸਾਡਾ ਓਨਟਾਰੀਓ ਸੂਬਾ ਆ, ਇਹਦੇ ਵਿੱਚ ਜਿਹੜੇ ਇਸ ਵੇਲੇ ਸਾਡੇ ਮੇਅਰ ਨੇ ਬਰੈਂਪਟਨ ਦੇ, ਪੈਟਰਿਕ ਬਰਾਊਨ, ਇਹਨਾਂ ਨੇ ਪ੍ਰੀਮੀਅਰ ਬਣਨਾ ਸੀਗਾ। ਇਹ ਪ੍ਰੀਮੀਅਰ ਦੀ ਰੇਸ ਦੇ ਵਿੱਚ ਸੀਗੇ ਆਪਣੇ ਓਨਟਾਰੀਓ ਸੂਬੇ ਦੀ, ਤੇ ਇਹਨਾਂ ਤੇ ਵੀ ਇਸ ਕਿਸਮ ਦਾ ਕੋਈ ਦੋਸ਼ ਲੱਗ ਗਿਆ ਤੇ ਇਹਨਾਂ ਨੂੰ ਉਹ ਜਿਹੜੀ ਪ੍ਰੀਮੀਅਰਸ਼ਿਪ ਆ ਉਹ ਨਸੀਬ ਨਾ ਹੋਈ। ਤੇ ਮੈਂ ਇਹ ਫੀਲ ਕਰਦਾ ਹਾਂ ਬਈ ਇਹ ਠੀਕ ਆ ਕਿ ਕੋਈ ਇਦਾਂ ਦੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ, ਪਰੰਤੂ ਜਿਹੜੀ ਪ੍ਰੋਟੈਕਸ਼ਨ ਇੱਕ ਆਮ ਕੈਨੇਡੀਅਨ ਔਰਤ ਨੂੰ ਹੈਗੀ ਆ, ਕੀ ਉਹ ਫੌਜ ਦੇ ਵਿੱਚ ਜਿਹੜੀ ਕੰਮ ਕਰਦੀ ਔਰਤ ਆ ਜਾਂ ਆਰਸੀਐਮਪੀ 'ਚ ਕੰਮ ਕਰਦੀ ਔਰਤ ਆ, ਉਹਨਾਂ ਨੂੰ ਇਹ ਪ੍ਰੋਟੈਕਸ਼ਨ ਪ੍ਰਾਪਤ ਨਹੀਂ ਹੈ? ਤੇ ਦੂਜੀ ਗੱਲ ਇਹ ਆ ਬਈ ਹਰਜੀਤ ਸੱਜਣ ਹੁਣੀ ਡਿਫੈਂਸ ਮਿਨਿਸਟਰ ਨੇ, ਇਹ ਵਾਕਈ ਠੀਕ ਆ ਕਿ ਆਪਣੀ ਮਿਨਿਸਟਰੀ ਦਾ ਸਾਰਾ ਕੁਝ ਠੀਕ ਠਾਕ ਕਰਨਾ, ਠੀਕ ਠਾਕ ਦੇਖਣਾ ਉਹਨਾਂ ਦੀ ਜ਼ਿੰਮੇਵਾਰੀ ਆ। ਪਰ ਮੇਰਾ ਸਵਾਲ ਜਿਹੜਾ ਆ ਉਹ ਸਮਝ ਲਓ ਬਈ ਤੁਹਾਨੂੰ ਤਾਂ ਨਹੀਂ ਹੈ, ਉਹ ਇਸ ਪ੍ਰਬੰਧ ਨੂੰ ਆ ਬਈ ਜਿੱਥੇ ਔਰਤ ਨੂੰ ਇੰਨੀ ਪ੍ਰੋਟੈਕਸ਼ਨ ਆ ਕਿ ਮੈਂ ਜਿਵੇਂ ਕਿਹਾ ਬਈ ਕੋਈ ਬੋਲਣਾ ਜਾਂ ਕੋਈ ਛੂਹਣਾ ਜਾਂ ਇਸ ਕਿਸਮ ਦੀ ਸ਼ਰਾਰਤ ਕਰਨੀ, ਉਹ ਤੋਂ ਉਰੇ ਜਿਹੜੇ ਜੈਸਚਰ ਹੈਗੇ ਆ, ਜੈਸਚਰ ਦੇ ਆਧਾਰ ਦੇ ਉੱਤੇ ਹੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਆ। ਤੇ ਇਹਦੇ ਬਾਰੇ ਗਿੱਲ ਸਾਹਿਬ ਤੁਹਾਡਾ ਕੀ ਵਿਚਾਰ ਆ? ਪ੍ਰੋਫੈਸਰ ਸਾਹਿਬ, ਅਸਲ 'ਚ ਇੱਦਾਂ ਆ ਕਿ ਇਹ ਗੱਲ ਜ਼ਰੂਰੀ ਇਹ ਹੈਗੀ ਆ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ, ਪਰ ਨਾਲ ਦੀ ਨਾਲ ਇਹ ਆ ਕਿ ਇਹ ਸ਼ਿਕਾਇਤਾਂ ਆਖਰਕਾਰ ਆਈਆਂ ਹੋਣਗੀਆਂ ਤੇ ਲਾਈਮਲਾਈਟ 'ਚ ਇਹ ਗੱਲ ਆਈ ਹੈ ਨਾ ਜੀ। ਕਿਤੇ ਨਾ ਕਿਤੇ ਕੰਪਲੇਂਟ ਜਿਹੜੀਆਂ ਵੂਮਨ ਆਰਮੀ ਆਫੀਸਰ ਨੇ ਜਾਂ ਆਰਸੀਐਮਪੀ 'ਚ ਜਿਹੜੀਆਂ ਆਫਿਸ ਕੰਮ ਕਰਨ ਵਾਲੀਆਂ ਲੇਡੀਜ਼ ਨੇ ਜਾਂ ਆਫੀਸਰ ਨੇ ਉੱਥੇ, ਉਹਨਾਂ ਨੇ ਰਿਪੋਰਟ ਕੀਤੀਆਂ ਹੋਣਗੀਆਂ ਤਾਂ ਹੀ ਆਈਆਂ ਨਾ। ਤੇ ਉਹਨਾਂ ਦਾ ਪੋਲੀਟੀਕਲ ਪਾਰਟੀ ਦਾ ਕਹਿਣਾ ਇਹ ਆ ਕਿ ਉਹਨਾਂ ਦੇ ਉੱਤੇ ਕੋਈ ਸਖਤ ਕਾਰਵਾਈ ਨਾ ਕਰਨਾ ਜਾਂ ਉਹਨਾਂ ਨੂੰ ਸਜ਼ਾਵਾਂ ਨਾ ਦੇਣਾ ਜਾਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਥਾਮ ਨਾ ਕਰ ਪਾਉਣ ਦੇ ਕਾਰਨ ਹੀ ਉਹ ਇਹ ਗੱਲ ਕਾਲ ਦੇ ਰਹੇ ਆ ਕਿ ਹੁਣ ਵੋਟਰ ਜਿਹੜੇ ਆ ਉਹ ਉਹਨਾਂ ਨੂੰ ਦੁਬਾਰਾ ਨਾ ਭੇਜਣ। ਕੰਪਲੇਂਟ ਤਾਂ ਜ਼ਰੂਰ ਆਈਆਂ ਹੋਣਗੀਆਂ ਨਾ। ਇਹ ਆ ਗਿੱਲ ਸਾਹਿਬ ਕਿ ਸਾਡੇ ਕੋਲ ਪੂਰੀ ਜਿਹੜੀ ਆ ਡਿਟੇਲ ਇਸ ਕਿਸਮ ਦੀ ਤਾਂ ਹੈ ਨਹੀਂ ਗੀ ਭਈ ਕਿੰਨੇ ਕੁ ਇਸ ਕਿਸਮ ਦੇ ਕੇਸ ਹੋਏ, ਕਿੰਨਿਆਂ ਦੇ ਵਿੱਚ ਸਜ਼ਾ ਮਿਲੀ, ਕਿੰਨਿਆਂ 'ਚ ਨਾ ਮਿਲੀ। ਤੇ ਮੈਨੂੰ ਲੱਗਦਾ ਇਹ ਆ ਬਈ ਇਹ ਕੇਸ ਟੂ ਕੇਸ ਡਿਪੈਂਡ ਕਰਦਾ ਆ ਔਰ ਜ਼ਰੂਰ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਉਹ ਹੁੰਦੀ ਵੀ ਹੋਏਗੀ। ਔਰ ਤੁਹਾਡੀ ਗੱਲ ਇਹ ਵੀ ਠੀਕ ਜਾਪਦੀ ਆ ਭਈ ਜੇ ਕੋਈ ਨਹੀਂ ਕਾਰਵਾਈ ਹੋਈ ਹੋਏਗੀ ਤੇ ਤਾਂ ਹੀ ਜਿਹੜੀ ਵਿਰੋਧੀ ਪਾਰਟੀ ਹੈਗੀ ਆ ਉਹਨੇ ਉਹਨਾਂ ਦੇ ਹਰਜੀਤ ਸਿੰਘ ਸੱਜਣ ਹੋਰਾਂ ਦੇ ਹਲਕੇ ਦੇ ਵਿੱਚ ਇਹ ਸੱਦਾ ਦਿੱਤਾ ਭਈ ਉਹ ਉਹਨਾਂ ਨੂੰ ਅਗਲੀ ਵਾਰੀ ਵੋਟਾਂ ਨਾ ਪਾਉਣ। ਤੇ ਤੁਹਾਨੂੰ ਕਿਤੇ ਇਹ ਨਹੀਂ ਲੱਗਦਾ ਬਈ ਜਿਹੜੀ ਸ਼ੁਰੂ 'ਚ ਗੱਲ ਆਈ ਸੀਗੀ ਜਦੋਂ ਸੱਜਣ ਹੋਰੀ ਡਿਫੈਂਸ ਮਿਨਿਸਟਰ ਬਣੇ ਆ, ਤਾਂ ਕੁਝ ਜਿਹੜੇ ਨਸਲਵਾਦੀ ਲੋਕ ਹੈਗੇ ਆ ਗੌਰਮੈਂਟ ਦੇ ਵਿੱਚ ਵੀ ਹੋਣਗੇ ਜਾਂ ਵਿਰੋਧੀ ਪਾਰਟੀਆਂ 'ਚ ਵੀ ਹੋਣਗੇ, ਤੇ ਉਹਨਾਂ ਨੇ ਇਸ ਗੱਲ ਦਾ ਵੀ ਸੀਗਾ ਇਤਰਾਜ਼, ਤੁਹਾਨੂੰ ਯਾਦ ਹੋਣਾ ਕਿ ਇਹਦਾ ਜਿਹੜਾ ਇੰਗਲਿਸ਼ ਦਾ ਪ੍ਰੋਨਾਂਸੀਏਸ਼ਨ ਆ, ਜਿਹੜਾ ਇੰਗਲਿਸ਼ ਦਾ ਉਚਾਰਨ ਆ, ਉਹ ਗੋਰਿਆਂ ਵਰਗਾ ਨਹੀਂ ਹੈ। ਉਹ ਇਹ ਤਾਂ ਨਾ ਕਹਿ ਸਕੇ ਵੀ ਇਹ ਗੈਰ ਗੋਰਾ ਆ ਜਾਂ ਇਹ ਸਿੱਖ ਆ, ਪਰ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀਗਾ। ਤੇ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਕੋਈ ਇਦਾਂ ਦੀਆਂ ਵੀ ਸ਼ਰਾਰਤਾਂ ਜਾਂ ਕੋਈ ਸ਼ਰਾਰਤ ਹੋਏ ਜਾਂ ਸਾਜ਼ਿਸ਼ ਹੋਏ? ਕੀ ਇਸ ਕਿਸਮ ਦੀ ਗੱਲ ਨਹੀਂ ਲੱਗਦੀ? ਬਿਲਕੁਲ ਹੋ ਸਕਦਾ, ਬਿਲਕੁਲ ਹੋ ਸਕਦਾ ਜੀ। ਜਿਹੜੇ ਰੇਸਿਸਟ ਟਾਈਪ ਲੋਕ ਨੇ ਉਹਨਾਂ ਨੂੰ ਇਹ ਚੀਜ਼ ਜਿਹੜੀ ਹੈ ਪਹੁੰਚਾਉਣੀ ਬਹੁਤ ਔਖੀ ਆ। ਨਾ ਸਿਰਫ ਵਾਈਟ ਕਮਿਊਨਿਟੀ ਚੋਂ, ਸਾਰਾ ਆਪਣੇ ਮੁਲਕ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਵੱਖਰੇ ਵੱਖਰੇ ਧਰਮਾਂ ਨੂੰ ਸੰਬੰਧਿਤ ਨੇ, ਉਹਨਾਂ ਨੂੰ ਵੀ ਇਹ ਗੱਲ ਹਜਮ ਨਹੀਂ ਹੁੰਦੀ ਕਿ ਕੈਨੇਡਾ ਦਾ ਡਿਫੈਂਸ ਦਾ ਮਿਨਿਸਟਰ ਇੱਕ ਸਰਦਾਰ ਹੋਵੇ, ਪੂਰਾ ਗੁਰਸਿੱਖ ਹੋਵੇ, ਪਗੜੀ ਧਾਰੀ ਹੋਵੇ, ਤੇ ਉਹ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਉਹ ਗੱਲ ਵੀ ਹਜਮ ਨਹੀਂ ਹੁੰਦੀ। ਆਪਾਂ ਸਮਝ ਸਕਦੇ ਹਾਂ। ਔਰ ਇਹਦਾ ਪ੍ਰਤੀਬਿੰਬ ਤੁਸੀਂ ਵੇਖ ਸਕਦੇ ਹੋ ਜਦੋਂ ਇਹ ਇੰਡੀਆ ਗਏ ਸੀਗੇ ਤੇ ਕਿਸ ਤਰੀਕੇ ਨਾਲ ਡੀਲ ਕੀਤਾ ਗਿਆ ਸੀ। ਖੈਰ ਉੱਥੇ ਤੇ ਟਰੂਡੋ ਸਾਹਿਬ ਨਾਲ ਵੀ ਬਹੁਤ ਮਿਸਬਿਹੇਵ ਕੀਤਾ ਗਿਆ ਸੀਗਾ,
ਪਰ ਜਦੋਂ ਹਰਜੀਤ ਸੱਜਣ ਹੀਰੀ ਗਏ ਸੀ, ਇੱਥੋਂ ਤੱਕ ਕਿ ਸਾਡੇ ਸਟੇਟ ਦੇ ਸੀਐਮ ਨੇ ਮਿਲਣ ਤੋਂ ਨਾ ਕਰ ਦਿੱਤੀ ਸੀ, ਜਿਹਦੀ ਆਪਣੀ ਕੋਈ ਹੋਂਦ ਹੀ ਨਹੀਂ। ਇੱਕ ਕਪਤਾਨ ਫੌਜ ਦੇ ਵਿੱਚ, ਮੈਨੂੰ ਲੱਗਦਾ ਉਹ ਵੀ ਸ਼ਾਰਟ ਸਰਵਿਸ ਦਾ ਕਪਤਾਨ ਹੋਣਾ, ਤੇ ਇੱਕ ਡਿਫੈਂਸ ਮਿਨਿਸਟਰ, ਦੁਨੀਆ ਦਾ ਰਿਪਿਊਟਡ ਮੁਲਕ ਹੋਵੇ, ਉਹਦਾ ਡਿਫੈਂਸ ਮਿਨਿਸਟਰ ਭਾਰਤ 'ਚ ਗਿਆ ਹੋਵੇ, ਤੇ ਇੰਨਾ ਮਾਣਾ ਮੱਤਾ ਗੱਲ ਹੋਵੇ ਕਿ ਉਹ ਸਟੇਟ ਦੇ ਨਾਲ ਉਹਦਾ ਪਿਛੋਕੜ ਹੋਵੇ, ਤੇ ਦੁਨੀਆ ਉੱਤੇ ਫਖਰ ਕਰਦੀ ਹੋਵੇ, ਸਿੱਖ ਕੌਮ ਫਖਰ ਕਰਦੀ ਹੋਵੇ, ਤੇ ਇੱਕ ਸੀਐਮ ਜਿਹੜਾ ਉਹ ਕਹੇ ਕਿ ਮੈਂ ਇਸ ਵਿਅਕਤੀ ਨੂੰ ਨਹੀਂ ਮਿਲਦਾ, ਇਹ ਬੜੀ ਸ਼ਰਮ ਵਾਲੀ ਗੱਲ ਵੀ ਸੀ ਜੀ ਕਿਤੇ ਨਾ ਕਿਤੇ। ਉਹ ਤਾਂ ਗਿੱਲ ਸਾਹਿਬ ਗੱਲ ਤੁਰੀ ਆ, ਤਾਂ ਉਹਦੇ ਚੋਂ ਅਸੀਂ ਜਾਂਦੇ ਜਾਂਦੇ ਇਹ ਵੀ ਮਤਲਬ ਗੱਲ ਕਰਨੀ ਚਾਹਾਂਗੇ ਬਈ ਇੱਕ ਅੰਤਰਰਾਸ਼ਟਰੀ ਫੋਰਮ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲਾਈਟਲੀ ਕਿਹਾ ਜਾਂ ਉਹਨਾਂ ਨੇ ਸੀਰੀਅਸਲੀ ਕਿਹਾ, ਇਹ ਕਿਹਾ ਭਈ ਉਹਨੇ ਸਿੱਖ ਤੁਹਾਡੀ ਇੰਡੀਆ ਦੀ ਕੈਬਨਿਟ ਵਿੱਚ ਨਹੀਂ ਹੋਣੇ ਜਿੰਨੇ ਸਿੱਖ ਮੇਰੀ ਕੈਬਨਿਟ ਵਿੱਚ ਆ ਜੀ। ਔਰ ਇਸ ਗੱਲ ਨੂੰ ਮੋਦੀ ਸਾਹਿਬ ਨੇ ਬੁਰਾ ਮਨਾਇਆ, ਔਰ ਇਹ ਗੱਲ ਜਿਹੜੀ ਆ ਉਹ ਆਪਣੇ ਮਨ 'ਚ ਰੱਖੀ, ਤੇ ਇੱਕ ਇਹ ਬ੍ਰਾਂਡ ਕਰ ਦਿੱਤਾ ਬਈ ਇਹ ਜਿਹੜੇ ਮੰਤਰੀ ਆ ਜਿੰਨੇ ਵੀ ਇਹਦੇ 'ਚ ਟਰੂਡੋ ਸਾਹਿਬ ਦੀ ਮਿਨਿਸਟਰੀ 'ਚ ਆ, ਇਹ ਸਾਰੇ ਪ੍ਰੋ ਖਾਲਿਸਤਾਨੀ ਆ। ਉਹਨਾਂ ਨੇ ਯਾਨੀ ਇੱਕ ਤਰੀਕੇ ਨਾਲ ਕੈਨੇਡਾ ਦੇ ਵਿੱਚ ਜਿੰਨੇ ਸਿੱਖ ਰਹਿੰਦੇ ਆ ਉਹਨਾਂ ਨੂੰ ਵੀ ਖਾਲਿਸਤਾਨੀ ਡਿਕਲੇਅਰ ਕਰਤਾ, ਤੇ ਨਾਲ ਦੀ ਨਾਲ ਜਿਹੜੇ ਚੁਣੇ ਹੋਏ ਨੁਮਾਇੰਦੇ ਮੰਤਰੀ ਉਹਨਾਂ ਨੂੰ ਵੀ ਖਾਲਿਸਤਾਨੀ ਡਿਕਲੇਅਰ ਕਰਤਾ। ਤੇ ਇਸ ਕਿਸਮ ਦੀ ਜਿਹੜੀ ਉਹਨਾਂ ਦੀ ਸੋਚ ਆ, ਉਹਦਾ ਸਿੱਖ ਕਮਿਊਨਿਟੀ ਦੇ ਵਿੱਚ, ਜਿਹੜੇ ਜਸਟਿਸ ਲਿਵਿੰਗ ਲੋਕ ਆ ਉਹਨਾਂ ਦੇ ਵਿੱਚ, ਤੇ ਕੈਨੇਡੀਅਨ ਲੋਕਾਂ ਦੇ ਵਿੱਚ ਇਸ ਗੱਲ ਦਾ ਬੜਾ ਬੁਰਾ ਪ੍ਰਭਾਵ ਗਿਆ। ਇੱਥੋਂ ਤੱਕ ਕਿ ਭਾਰਤ ਦੇ ਵਿੱਚ ਜਿਹੜੇ ਠੀਕ ਸੋਚਣ ਵਾਲੇ ਲੋਕ ਆ ਉਹਨਾਂ ਦੇ ਵਿੱਚ ਵੀ ਇਹਦਾ ਮਾੜਾ ਪ੍ਰਭਾਵ ਗਿਆ। ਔਰ ਇਹਦੇ ਵਿੱਚ ਜਸਟਿਨ ਟਰੂਡੋ ਨੇ ਜਾਂ ਹਰਜੀਤ ਸਿੰਘ ਸੱਜਣ ਨੇ ਕੋਈ ਲੂਜ਼ ਨਹੀਂ ਕੀਤਾ। ਜੇ ਇਹਨਾਂ ਨੂੰ ਮਾਣ ਤਾਣ ਭਾਰਤ ਦੇ ਵਿੱਚ ਨਹੀਂ ਦਿੱਤਾ ਗਿਆ, ਭਾਵੇਂ ਉਹਦੇ ਲਈ ਜ਼ਿੰਮੇਵਾਰ ਮੋਦੀ ਸਾਹਿਬ ਹੋਣ ਜਾਂ ਅਮਰਿੰਦਰ ਸਿੰਘ ਵੀ ਉਹਦੇ 'ਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਗਿਣਦੇ ਹੋਣ, ਤੇ ਇਹ ਨੁਕਸਾਨ ਜਿਹੜਾ ਇਹ ਜੀ ਕਾਲੋ ਸਾਹਿਬ, ਮੈਨੂੰ ਲੱਗਦਾ ਕਾਲੋ ਸਾਹਿਬ ਦਾ ਕਨੈਕਸ਼ਨ ਕਿਤੇ ਸਾਡੇ ਨਾਲ ਟੁੱਟ ਗਿਆ ਲੱਗਦਾ ਹੈ। ਆਪਾਂ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ। ਲੱਗਦਾ ਹੈ ਕਿ ਪ੍ਰੋਫੈਸਰ ਸਾਹਿਬ ਦਾ ਲਿੰਕ ਮੇਰੇ ਨਾਲ ਟੁੱਟ ਗਿਆ। ਪ੍ਰੋਫੈਸਰ ਸਾਹਿਬ ਜੇ ਦੁਬਾਰਾ ਤੁਸੀਂ ਜੋੜ ਸਕਦੇ ਹੋ ਆਪਣਾ ਲਿੰਕ, ਤੇ ਦੁਬਾਰਾ ਜੋੜ ਲਓ ਜੀ। ਤੁਸੀਂ ਮੇਰੇ ਨਾਲ ਇਸ ਵੇਲੇ ਗੱਲ ਨਹੀਂ ਕਰ ਰਹੇ, ਤੁਹਾਡਾ ਇੰਟਰਨੈਟ ਕਨੈਕਸ਼ਨ ਜਿਹੜਾ ਆ ਉਹ ਮੈਨੂੰ ਲੱਗਦਾ ਹੈ ਕਿ ਸਾਡੇ ਨਾਲੋਂ ਰਾਬਤਾ ਤੁਹਾਡਾ ਜਿਹੜਾ ਉਹ ਟੁੱਟ ਗਿਆ। ਸੋ ਦੁਬਾਰਾ ਤੁਸੀਂ ਇੱਕ ਵਾਰੀ ਬੰਦ ਕਰਕੇ, ਇੱਕ ਛੋਟਾ ਬ੍ਰੇਕ ਸਾਨੂੰ ਲੈਣਾ ਪਏਗਾ, ਤੇ ਤੁਸੀਂ ਦੁਬਾਰਾ ਇਹਨੂੰ ਬੰਦ ਕਰਕੇ ਤੇ ਦੁਬਾਰਾ ਸਾਡੇ ਨਾਲ ਜੁੜਨ ਦਾ ਯਤਨ ਕਰੋ। ਮੈਨੂੰ ਲੱਗਦਾ ਹੈ ਕਿ ਤੁਹਾਡਾ ਇੰਟਰਨੈਟ ਦਾ ਕਨੈਕਸ਼ਨ ਜਿਹੜਾ ਉਹ ਸਾਡੇ ਨਾਲੋਂ ਕਿਤੇ ਖਤਮ ਹੋ ਗਿਆ। ਸੋ ਅਸੀਂ ਇੱਕ ਛੋਟਾ ਜਿਹਾ ਇੱਥੇ ਬ੍ਰੇਕ ਲੈਂਦੇ ਹਾਂ, ਤੇ ਆਪਣੀ ਗੱਲਬਾਤ ਜਿਹੜੀ ਆ ਉਹ ਦੁਬਾਰਾ ਜਿਹੜੀ ਆ ਉਹਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੀ ਦੇ ਨਾਲ। ਸੋ ਵਾਪਸ ਆ ਰਹੇ ਜੀ।